ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਰਤਾਰ ਸਿੰਘ ਸਰਾਭਾ ਦੇ ਜੀਵਨ, ਗਦਰ ਅੰਦੋਲਨ ਅਤੇ ਪ੍ਰਵਾਸ ਬਾਰੇ। ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਅੱਜ 16 ਦਸੰਬਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਕਿਸ ਤਰ੍ਹਾਂ ਦੀ ਸੋਚ ਸੀ, ਉਹ ਕਿਸ ਤਰ੍ਹਾਂ ਇਹ ਸੋਚ ਲੈ ਕੇ ਅੱਗੇ ਵਧੇ ਨੇ। ਸਾਡੇ ਦਰਸ਼ਕਾਂ ਨਾਲ ਇਸ ਬਾਰੇ ਸਾਂਝਾ ਕਰੋ। ਕਰਤਾਰ ਸਿੰਘ ਸਰਾਭਾ ਜਿਹੜਾ ਆਜ਼ਾਦੀ ਦੀ ਮੂਵਮੈਂਟ ਹੈ ਉਹਦੇ 'ਚ ਬਹੁਤ ਵੱਡਾ ਨਾਮ ਹੈ ਇੱਕ, ਔਰ ਬਹੁਤ ਛੋਟੀ ਉਮਰ ਦੇ ਵਿੱਚ ਖਾਸ ਤੌਰ 'ਤੇ ਜਿੰਨਾ ਵੱਡਾ ਕੰਮ ਕਰਤਾਰ ਸਿੰਘ ਸਰਾਭਾ ਨੇ ਕੀਤਾ ਸ਼ਾਇਦ ਕਿਸੇ ਦੇ ਹਿੱਸੇ ਨਹੀਂ ਆਇਆ। ਔਰ ਉਹ ਗਏ, ਵਿਦੇਸ਼ ਦੇ ਗਏ। ਕਿਹਾ ਜਾਂਦਾ ਕਿ ਬਰਕਲੇ ਗਏ ਸੀਗੇ, ਪਰ ਬਰਕਲੇ ਪੜ੍ਹੇ ਜਾਂ ਨਾ ਪੜ੍ਹੇ ਇਹ ਵੀ ਵਿਵਾਦਤ ਜਾਂ ਮਾਮਲਾ ਹਜੇ ਕਈ ਅਲੱਗ-ਅਲੱਗ ਤਰ੍ਹਾਂ ਦੀਆਂ ਧਾਰਨਾਵਾਂ ਨੇ। ਪਰ ਉਹ ਗਏ ਤੇ ਉੱਥੇ ਜਾ ਕੇ ਜਦੋਂ ਉਹਨਾਂ ਦਾ ਮੇਲ ਹੋਇਆ ਕੁਝ ਬਾਬਿਆਂ ਨਾਲ, ਖਾਸ ਤੌਰ 'ਤੇ ਬਾਬਾ ਸੋਹਣ ਸਿੰਘ ਭਕਨਾ ਜਿਹੜੇ ਉਦੋਂ ਗਦਰ ਪਾਰਟੀ ਦੇ ਪ੍ਰਧਾਨ ਬਣੇ, ਤੇ ਬਾਕੀ ਜਿਹੜੇ ਲੋਕ ਹੋਰ ਗਏ ਹੋਏ ਸੀ ਜਿਹੜੇ ਪਹਿਲਾਂ ਹੀ ਆਲਰੇਡੀ ਇਹਨਾਂ ਗੱਲਾਂ 'ਤੇ ਸਮਝਦਾਰੀ ਇੱਕ ਬਣਾ ਰਹੇ ਸੀ ਕਿ ਕੀ ਕਰਨਾ ਚਾਹੀਦਾ ਸਾਨੂੰ ਵੀ ਦੇਸ਼ ਦੇ ਵਿੱਚ। ਕਿਉਂਕਿ ਜਦੋਂ ਉਹਨਾਂ ਨੇ ਜਾ ਕੇ, ਅਸਲ 'ਚ ਉਹ ਸਾਰੇ ਰੋਜੀ ਰੋਟੀ ਦੇ ਲਈ ਉੱਥੇ ਗਏ ਸੀ, ਅਤੇ ਉੱਥੇ ਜਾ ਕੇ ਉਹਨਾਂ ਨੇ ਦੇਖਿਆ ਕਿ ਇੱਥੇ ਇੱਕ ਹੋਰ ਟਾਈਪ ਦਾ ਮਾਹੌਲ ਹੈ, ਹੋਰ ਟਾਈਪ ਦਾ ਕਾਨੂੰਨ ਹੈ, ਕਾਨੂੰਨ ਕਿਵੇਂ ਕੰਮ ਕਰਦਾ ਹੈ, ਬੰਦਿਆਂ ਨੂੰ ਕਿਸ ਲੈਵਲ ਦੀ ਆਜ਼ਾਦੀ ਹੈ, ਤਾਂ ਸਾਡੇ ਮੁਲਕ 'ਚ ਆਜ਼ਾਦੀ ਕਿਉਂ ਨਾ ਉਸ ਲੈਵਲ 'ਤੇ ਹੋਵੇ। ਔਰ ਇਸੇ ਕਰਕੇ ਜਦੋਂ ਬਾਬਾ ਭਕਨਾ ਕਰਤਾਰ ਸਿੰਘ ਸਰਾਭੇ ਬਾਰੇ ਜਦੋਂ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਗਦਰ ਜਿਹੜਾ ਅਖਬਾਰ ਸੀ, ਜਦੋਂ ਲਾਲਾ ਹਰਦਿਆਲ ਨੂੰ ਮੇਨ ਜ਼ਿੰਮੇਵਾਰੀ ਦਿੱਤੀ ਗਈ, ਪਰ ਉਹਨਾਂ ਤੋਂ ਵੀ ਉਹ ਗੱਲ ਬਣ ਨਹੀਂ ਸੀ ਰਹੀ ਉਸ ਪੱਧਰ ਦੇ ਉੱਤੇ, ਕਿਉਂਕਿ ਜਿਹੜਾ ਜਜ਼ਬਾ ਜਾਂ ਜਿੰਨਾ ਟਾਈਮ ਜਾਂ ਜਿੰਨੀ ਮਿਹਨਤ ਚਾਹੀਦੀ ਸੀ ਉਹਦੇ ਲਈ ਇਕੱਲੇ ਤੌਰ 'ਤੇ ਸ਼ਾਇਦ ਨਹੀਂ ਸੀ ਉਹਨਾਂ 'ਤੇ ਜ਼ਿੰਮੇਵਾਰੀ ਨਿਭਾਈ ਜਾਂਦੀ। ਪਰ ਜਦੋਂ ਉਹ ਕਹਿੰਦੇ ਭਾਈ ਕਰਤਾਰ ਸਿੰਘ ਆ ਗਏ, ਮਤਲਬ ਕਰਤਾਰ ਸਿੰਘ ਸਰਾਭੇ ਦਾ ਉਹ ਜ਼ਿਕਰ ਕਰਦੇ ਨੇ, ਉਦੋਂ ਬਾਅਦ ਉਹ ਕਹਿੰਦੇ ਕੰਮ ਚੱਲ ਨਿਕਲਿਆ। ਜਿੰਨੀ ਫੁਰਤੀ, ਜਿੰਨਾ ਜਜ਼ਬਾ, ਜਿੰਨੀ ਊਰਜਾ ਅਤੇ ਜਿਸ ਲੈਵਲ ਦੀ ਪ੍ਰਤੀਬੱਧਤਾ ਨਾਲ ਕਰਤਾਰ ਸਿੰਘ ਸਰਾਭੇ ਨੇ ਉਹ ਛੋਟੀ ਉਮਰ 'ਚ ਕੰਮ ਕੀਤਾ, ਉਹਨੇ ਸਭ ਨੂੰ ਪ੍ਰਭਾਵਿਤ ਕੀਤਾ, ਤੇ ਉਹ ਗਦਰ ਦੇ ਪਾਰਟੀ ਦੇ ਵਿੱਚ ਹਰ ਜਗ੍ਹਾ ਦੇਖਣ ਨੂੰ ਮਿਲੇ। ਔਰ ਕਰਤਾਰ ਸਿੰਘ ਸਰਾਭਾ ਨੇ ਜਦੋਂ ਗਦਰੀਆਂ ਨੇ ਫੈਸਲਾ ਕਰ ਲਿਆ, ਫੈਸਲਾ ਇਹ ਕੀਤਾ ਕਿ ਹੁਣ ਕਿਉਂਕਿ ਉੱਧਰੋਂ ਪਹਿਲੀ ਸੰਸਾਰ ਜੰਗ ਲੱਗ ਗਈ, ਤੇ ਲਗਭਗ 15 ਜੁਲਾਈ 2013 ਨੂੰ ਗਦਰ ਪਾਰਟੀ ਦਾ ਜਿਹੜਾ ਗਠਨ ਹੁੰਦਾ ਹੈ, ਤੇ 2014 ਤੋਂ 18 ਪਹਿਲੀ ਸੰਸਾਰ ਜੰਗ ਲੱਗੀ ਹੈ, ਤੇ ਉਹ 14 ਦੇ ਵਿੱਚ ਹੀ ਫੈਸਲਾ ਕਰ ਲੈਂਦੇ ਨੇ ਕਿ ਹੁਣ ਮੌਕਾ ਹੈ, ਅੰਗਰੇਜ਼ ਰੁੱਝਿਆ ਹੋਇਆ, ਤੇ ਆਪਾਂ ਜਾ ਕੇ ਦੇਸ਼ ਦੇ ਵਿੱਚ ਇੱਕ ਮਾਹੌਲ, ਹਜੇ ਬਹੁਤਾ ਮੌਕਾ ਟਾਈਮ ਨਹੀਂ ਮਿਲਿਆ। ਉਹਨਾਂ ਨੇ ਗਦਰ ਦੀ ਗੂੰਜ ਅਖਬਾਰ ਕੱਢਿਆ, ਤੇ ਗਦਰ ਦੀ ਗੂੰਜ 'ਚ ਜੋ ਕਰਤਾਰ ਸਿੰਘ ਸਰਾਭੇ ਦਾ ਬਹੁਤ ਵੱਡਾ ਭੂਮਿਕਾ ਸੀਗੀਆਂ, ਉਹ ਕਵਿਤਾਵਾਂ ਅੱਜ ਵੀ ਤੇ ਉਦੋਂ ਵੀ ਲੋਕਾਂ ਦੀ ਜ਼ੁਬਾਨ 'ਤੇ ਚੜ੍ਹੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਫਿਰ ਇੱਥੇ ਆ ਕੇ ਔਰ ਸਾਰਾ ਕਿ ਲਗਭਗ 8000 ਬੰਦਾ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਤਿਆਰ ਹੋਇਆ ਗਦਰ ਦੇ ਵਾਸਤੇ, ਤੇ ਉਹ ਹਿੰਦੁਸਤਾਨ ਵੱਲ, ਇੱਧਰ ਦੇ ਭਾਰਤ ਵੱਲ ਚੱਲਿਆ। ਤੇ ਇੱਕ ਅਲੱਗ ਗੱਲ ਹੈ ਕਿ ਉਹਨਾਂ 'ਚੋਂ ਬਹੁਤ ਵੱਡੇ ਪੱਧਰ 'ਤੇ ਬਜਬਜ ਘਾਟ ਕਲਕੱਤੇ ਦੇ ਵਿੱਚ ਫਾਇਰਿੰਗ ਵੀ ਹੋਈ, ਕੁਛ ਮਾਰੇ ਗਏ, ਗ੍ਰਿਫਤਾਰ ਹੋ ਗਏ, ਤੇ ਉਦੋਂ ਬਾਅਦ ਵੀ ਜਿਹੜੇ ਬੱਚੇ ਉਹਨਾਂ ਨੇ ਇੱਕ ਗਦਰ ਦਾ ਆਪਣਾ ਖਾਕਾ ਜਿਹੜਾ ਉਹ ਲਿਖਿਆ ਕਿ ਗਦਰ ਕਿਵੇਂ ਕਰਨਾ ਹੈ। ਗਦਰ ਪਾਰਟੀ ਦੇਸ਼ ਦੀ ਪਹਿਲੀ ਅਜਿਹੀ ਸਿਆਸੀ ਪਾਰਟੀ ਸੀ ਜਿਹਨੇ ਪੂਰਾ ਮਤਲਬ ਪੂਰਨ ਆਜ਼ਾਦੀ ਦਾ ਇੱਕ ਟਾਈਪ ਦਾ, ਆਪਾਂ ਕਹਿੰਦੇ ਹਾਂ ਇੱਕ ਰੈਵੋਲੂਸ਼ਨ ਦਾ, ਇੱਕ ਇਨਕਲਾਬ ਦਾ ਸੱਦਾ ਦਿੱਤਾ ਹੋਵੇ ਐ ਜੇ ਪੋਲੀਟੀਕਲ ਗੋਲ ਦੇ ਤੌਰ 'ਤੇ, ਉਹ ਪਹਿਲੀ ਪਾਰਟੀ ਹੈ। ਔਰ ਜਦੋਂ ਇੱਥੋਂ ਆ ਕੇ ਫਿਰ ਉਹਨਾਂ ਨੇ ਬਹੁਤ ਛੋਟੀ ਉਮਰ 'ਚ ਕਰਤਾਰ ਸਰਾਭੇ ਦੀ ਜ਼ਿੰਮੇਵਾਰੀ ਲੱਗੀ। ਇਹਨਾਂ ਗੱਲਾਂ ਦਾ ਜੇ ਲੋਕ ਸ਼ਾਇਦ ਉਹਨੇ ਪੂਰੇ ਤਿਆਰ ਨਹੀਂ ਸੀ ਕਿ ਉਹਨਾਂ ਦੀ ਚੇਤਨਾ ਦਾ ਪੱਧਰ ਉਵੇਂ ਨਹੀਂ ਸੀ ਕਿ ਓਨਾ ਵੱਡਾ ਗਦਰ ਲੋਕਾਂ ਦੇ ਪੱਧਰ 'ਤੇ ਹੁੰਦਾ, ਤਾਂ ਉਹਨਾਂ ਨੇ ਉਹ ਹਥਿਆਰਬੰਦ ਤਰੀਕਾ ਅਪਣਾਉਣ ਦੀ ਕੋਸ਼ਿਸ਼ ਕੀਤੀ। ਛਾਉਣੀਆਂ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਲੱਗੀ ਕਿ ਤੁਸੀਂ ਛਾਉਣੀਆਂ 'ਚ ਜਾਣਾ ਹੈ, ਫੌਜੀਆਂ ਨੂੰ ਮਿਲਣਾ ਹੈ, ਉੱਥੇ ਜਿਹੜੇ ਫੌਜੀ ਨੇ ਭਾਰਤੀ, ਖਾਸ ਤੌਰ 'ਤੇ ਸਿੱਖ ਫੌਜੀ, ਪੰਜਾਬੀ, ਉਹਨਾਂ ਨੂੰ ਤਿਆਰ ਕਰਨਾ ਹੈ ਕਿ ਉਹ ਤਿਆਰ ਹੋ ਜਾਣ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇੰਨਾ ਛੋਟੇ ਥੋੜ੍ਹੇ ਸਮੇਂ ਦੇ ਵਿੱਚ ਵੀ ਉਹਨਾਂ 'ਚੋਂ ਕਾਫੀ ਹਿੱਸਾ ਤਿਆਰ ਕਰ ਲਿਆ ਗਿਆ ਬਗਾਵਤ ਦੇ ਤੌਰ 'ਤੇ ਉਹ ਸਾਰੇ ਮਾਮਲੇ ਦੇ ਵਿੱਚ। ਔਰ ਇਸ ਬਗਾਵਤ ਦਾ ਇੱਕ ਤਰੀਕਾ ਸੀ ਕਿ 2015 ਦੇ ਵਿੱਚ ਹੀ, 1915 ਦੇ ਵਿੱਚ ਹੀ ਜਿਹੜਾ ਉਹਨਾਂ ਨੇ ਇੱਕ ਐਕਟ ਲਿਆਂਦਾ ਉਹ ਉਸ ਪੱਧਰ 'ਤੇ, ਜਿਹੜਾ ਦੇਸ਼ ਧਰੋਹੀ ਦੇ ਮਾਮਲੇ ਦੇ ਵਿੱਚ, ਸਾਰੇ ਮਾਮਲੇ 'ਚ ਉਹਨਾਂ ਨੇ ਕਿਹਾ ਕਿ ਜੀ ਲੋਕਾਂ ਨੂੰ ਫੜ ਕੇ ਅੰਦਰ ਕਰੋ, ਐਂ ਕਰੋ। ਔਰ ਉਹੀ ਜਿਹੜਾ ਐਡਵਾਈਸ ਸੀਗਾ ਜਿਹਨੇ ਬਾਅਦ ਦੇ ਵਿੱਚ ਜਲਿਆਂਵਾਲਾ ਬਾਗ ਦੇ ਵਿੱਚ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ, ਉਹੀ ਉਦੋਂ ਗਵਰਨਰ ਸੀਗਾ ਉਹਨਾਂ ਦਿਨਾਂ ਦੇ ਵਿੱਚ ਵੀ। ਬਾਅਦ ਦੇ ਵਿੱਚ ਉਹੀ ਕਾਨੂੰਨ, ਜਦੋਂ ਉਸ ਕਾਨੂੰਨ ਦਾ ਮਤਲਬ ਟਾਈਮ ਪੂਰਾ ਹੋ ਗਿਆ ਤਾਂ ਰੋਲ ਟੈਕਟ ਆਇਆ। ਰੋਲ ਟੈਕਟ ਦਾ ਹੀ ਵਿਰੋਧ 2019 'ਚ ਕਰ ਰਹੇ ਸੀ ਲੋਕ।
ਇਸ ਕਰਕੇ ਕਰਤਾਰ ਸਰਾਭੇ ਨੂੰ ਬਹੁਤ ਛੋਟਾ, ਕੇਵਲ 18-19 ਸਾਲ ਦੀ ਉਮਰ 'ਚ ਕੇਵਲ 2-2.5 ਸਾਲ ਕੰਮ ਕਰਨ ਦਾ ਮੌਕਾ ਮਿਲਿਆ, ਤੇ 2-2.5 ਸਾਲਾਂ ਦੇ ਵਿੱਚ ਉਹਦੀ ਜ਼ਿੰਦਗੀ ਦਾ ਪ੍ਰਭਾਵ ਇਸ ਪੱਧਰ ਦੇ ਉੱਤੇ ਸੀ ਕਿ ਸ਼ਹੀਦ ਭਗਤ ਸਿੰਘ ਵੀ ਵਾਰ-ਵਾਰ ਇਹ ਕਰਤਾਰ ਸਿੰਘ ਸਰਾਭੇ ਨੂੰ ਆਪਣਾ ਹੀਰੋ ਮੰਨਦਾ ਕਿ ਹਾਂ ਇਹ ਚੀਜ਼ ਮਤਲਬ ਸਾਡਾ ਜਿੰਨਾ ਉਹਨੇ ਕੰਮ ਕੀਤਾ ਅਸੀਂ, ਸਾਡਾ ਉਹ ਪ੍ਰੇਰਨਾ ਸਰੋਤ ਹੈ। ਤੇ ਇਹ ਅਲੱਗ ਗੱਲ ਹੈ ਕਿ ਕਰਤਾਰ ਸਿੰਘ ਸਰਾਭਾ ਤੇ ਇੱਕ ਬਹੁਤ ਵੱਡਾ ਉਸ ਲੈਵਲ ਦਾ ਕੋਈ ਰਿਸਰਚ ਜਾਂ ਉਸ ਲੈਵਲ ਦਾ ਲੋਕਾਂ ਦੇ ਸਾਹਮਣੇ ਨਹੀਂ ਰੱਖਿਆ ਗਿਆ ਉਹਨਾਂ ਦੇ ਜੀਵਨ ਦਾ ਜਿਹੜਾ ਤੌਰ ਤਰੀਕਾ ਹੈ ਪੂਰੀ ਤਰ੍ਹਾਂ। ਪਰ ਇਹਦੇ 'ਚ ਇਹ ਜ਼ਰੂਰ ਹੈ ਕਿ ਸਰਾਭਾ ਬਾਰ-ਬਾਰ ਜਿਹੜਾ ਮੁੱਛ-ਫੁੱਟ ਇੱਕ ਨੌਜਵਾਨ ਕੀ ਕਰ ਸਕਦਾ, ਕਿੰਨੀ ਛੋਟੀ ਉਮਰ ਦੇ ਵਿੱਚ ਜੇ ਕਿਸੇ ਦਿਸ਼ਾ ਨੂੰ ਅਪਣਾ ਲਏ ਜਾਂ ਕਿਤੇ ਪਰਨਾਇਆ ਜਾਏ ਤਾਂ ਉਹ ਕਿੰਨਾ ਵੱਡਾ ਭੂਮਿਕਾ ਨਿਭਾ ਸਕਦਾ ਹੈ ਉਸ ਵੱਡੇ ਜਦੋਜਹਿਦ ਦੇ ਵਿੱਚ ਵੀ। ਔਰ ਇਹ ਕਰਤਾਰ ਸਿੰਘ ਸਰਾਭੇ ਤੋਂ ਸਿੱਖਿਆ ਜਾ ਸਕਦਾ ਹੈ ਜੀ। ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਵੀ ਕਰਤਾਰ ਸਿੰਘ ਸਰਾਭੇ ਨੇ ਬਹੁਤ ਛੋਟੀ ਉਮਰੇ ਗਦਰ ਲਹਿਰ ਦੇ ਜਿਹੜੇ ਸੀ ਉਸ 'ਚ ਬਹੁਤ ਇੱਕ ਸਰਗਰਮ ਭੂਮਿਕਾ ਨਿਭਾਈ। ਇੱਕ ਛੋਟੀ ਉਮਰੇ ਉਹਨਾਂ ਨੂੰ ਫਾਂਸੀ ਚੜ੍ਹਾ ਦਿੱਤਾ ਗਿਆ, ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਗਿਆ। ਅਸੀਂ ਜਾਣਨਾ ਚਾਹਾਂਗੇ ਜਿਹੜੀ ਗਦਰ ਲਹਿਰ, ਗਦਰ ਮੂਵਮੈਂਟ ਉਹਨਾਂ ਨੇ ਸ਼ੁਰੂ ਕੀਤੀ ਸੀ, ਉਸ ਮੂਵਮੈਂਟ ਦੀ ਦੇਸ਼ ਦੀ ਆਜ਼ਾਦੀ ਦੇ ਵਿੱਚ ਕੀ ਭੂਮਿਕਾ ਰਹੀ ਹੈ? ਉਹਨਾਂ ਨੇ ਕਿਵੇਂ ਲੋਕਾਂ ਨੂੰ ਜਿਹੜਾ ਸੀਗਾ ਦੇਸ਼ ਦੀ ਆਜ਼ਾਦੀ ਲਈ ਤਿਆਰ ਕੀਤਾ? ਅਸਲ 'ਚ ਗਦਰੀਆਂ ਦਾ ਇਹੀ ਸੀ ਕਿ ਉਹ ਸਾਰਾ ਕੁਝ ਦਾਅ 'ਤੇ ਲਾ ਕੇ ਆ ਗਏ। ਪਹਿਲੀ ਗੱਲ ਤਾਂ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਪਲਟ ਦੇਣਾ ਸਿਸਟਮ, ਤੇ ਇੱਕ ਇਹੋ ਜਿਹਾ ਰਾਜ ਪ੍ਰਬੰਧ ਸਾਨੂੰ ਚਾਹੀਦਾ ਜਿਹੜੇ ਰਾਜ ਪ੍ਰਬੰਧ ਦਾ ਮੋਟਾ ਖਾਕਾ ਸੀ ਉਹਨਾਂ ਕੋਲ, ਕਿ ਇੱਕ ਤਾਂ ਵਿਦੇਸ਼ੀ ਰਾਜ ਨੂੰ ਤਾਂ ਅਸੀਂ ਕੱਢਣਾ ਹੀ ਹੈ, ਕੱਲਾ ਵਿਦੇਸ਼ੀ ਰਾਜ ਨੂੰ ਹਟਾ ਕੇ ਆਪਣਾ ਰਾਜ ਲਿਆਉਣ ਤੱਕ ਸੀਮਤ ਨਹੀਂ ਸੀ। ਉਹ ਕਹਿੰਦੇ ਇੱਕ ਇਹੋ ਜਿਹਾ ਬਰਾਬਰੀ ਵਾਲਾ, ਇੱਕ ਇਨਸਾਫ ਪਸੰਦ ਰਾਜ ਹੋਣਾ ਚਾਹੀਦਾ ਹੈ ਜਿੱਥੇ ਸਾਰੇ ਕਿਰਤੀਆਂ ਨੂੰ, ਕਿਉਂਕਿ ਉਹ ਕਿਰਤੀ ਜਮਾਤ ਚੋਂ ਹੀ ਸੀ ਸਾਰੇ, ਜਿਹੜੇ ਗਏ ਬਾਹਰ ਕਿਰਤ ਕਰਦੇ ਸੀ, ਕਿਰਤ ਕਰਕੇ ਆਪਣੀ ਰੋਜੀ ਰੋਟੀ ਕਮਾਉਂਦੇ ਸੀ, ਉਸ ਪੱਧਰ ਦਾ ਰਾਜ ਪ੍ਰਬੰਧ। ਔਰ ਉਸੇ ਲਈ ਗਦਰੀਆਂ ਦੇ ਵਿੱਚ ਇੱਕ ਬਹੁਤ ਵੱਡਾ ਧਰਮ ਨਿਰਪੱਖਤਾ ਦਾ, ਇੱਕ ਬਹੁਤ ਵੱਡਾ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦਾ, ਜਿਵੇਂ ਜਿਹੜੇ ਕਰਤਾਰ ਸਿੰਘ ਸਰਾਭਾ ਨੂੰ ਜਦੋਂ 16 ਨਵੰਬਰ ਨੂੰ ਫਾਂਸੀ ਹੁੰਦੀ ਹੈ ਤਾਂ 7 ਗਦਰੀ ਨੇ, ਉਹਦੇ ਨਾਲ 6 ਹੋਰ ਵੀ ਨੇ, ਔਰ ਬਾਕੀ ਪੰਜਾਬੀ ਨੇ, ਸਿੱਖ ਨੇ, ਤੇ ਇਹਦੇ 'ਚ ਇੱਕ ਜਿਹੜੇ ਮਹਾਰਾਸ਼ਟਰ ਤੋਂ ਜਿਹੜੇ ਬੁਲਾਏ ਗਏ ਵਿਸ਼ਨੂੰ, ਜਿਹੜੇ ਪਿੰਗਲੇ, ਔਰ ਉਹ ਵੀ ਉਹਦੇ ਵਿੱਚ ਸ਼ਾਮਲ ਨੇ। ਉਹਨਾਂ ਨੇ ਆਪ ਅਪਰੋਚ ਕੀਤਾ, ਬੰਗਾਲ 'ਚ ਵੀ ਕੀਤਾ, ਵੱਖ-ਵੱਖ ਵੀ ਕੀਤਾ, ਰੂਸ ਤੱਕ ਵੀ ਗਏ, ਉੱਥੋਂ ਟ੍ਰੇਨਿੰਗ ਲੈਣ ਔਰ ਬਾਕੀ ਚੀਜ਼ਾਂ ਪੁੱਛਣ। ਔਰ ਅਜੇ ਸਾਡੇ ਡਿਬੇਟ ਇਹੀ ਚੱਲੀ ਗਈ ਆ ਸਾਡੇ ਸਮਾਜ ਦੇ ਵਿੱਚ ਕਿ ਗਦਰੀ ਜਿਹੜੇ ਨੇ ਉਹ ਸਿੱਖ ਨੇ ਜਾਂ ਉਹ ਖੱਬੇ ਪੱਖੀ ਨੇ ਜਾਂ ਉਹ ਕਿਹੜੇ ਨੇ ਚੱਲਦਾ। ਮੈਨੂੰ ਲੱਗਦਾ ਸਾਡੀ ਇੱਕ ਸਾਂਝੀ ਵਿਰਾਸਤ ਹੈ, ਸਾਂਝੀ ਵਿਰਾਸਤ ਦੇ ਤੌਰ ਤੇ ਗਦਰੀਆਂ ਨੂੰ ਦੇਖਿਆ ਜਾਣ ਦੀ ਲੋੜ ਹੈ। ਔਰ ਉਦੋਂ ਬਾਅਦ ਵੀ ਗਦਰੀ ਮੂਵਮੈਂਟ ਦੇ ਵਿੱਚ ਜਿਹੜੇ ਲੋਕ ਆਏ, ਔਰ ਉਹ ਤਾਂ ਉਮਰ ਉਹਨਾਂ ਦੇ ਵਿੱਚੋਂ ਬਹੁਤੇ ਲੰਮੀਆਂ ਉਮਰਾਂ ਵੀ ਭੋਗੀਆਂ ਕਈਆਂ ਨੇ, ਹਾਲਾਂਕਿ ਬਹੁਤ ਤਸੀਹੇ ਛੱਡੇ ਜੇਲ੍ਹਾਂ ਦੇ ਵਿੱਚ, ਆਜ਼ਾਦ ਭਾਰਤ ਦੇ ਵਿੱਚ ਵੀ। ਕਿਹਾ ਜਾਂਦਾ ਕਿ ਜਦੋਂ ਬਾਬਾ ਸੋਹਣ ਸਿੰਘ ਭਕਨਾ ਉਹਨਾਂ ਦੇ ਕੁੱਬ ਪੈ ਗਿਆ ਸੀ, ਸਭ ਤੋਂ ਮਤਲਬ ਕਾਫੀ ਲੰਮੀ ਉਮਰ ਉਹਨਾਂ ਨੇ ਜੋਈ, ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਬਾਬਾ ਜੀ ਇਹ ਕੁੱਬ ਦਾ ਰਾਜ ਕੀ ਆ, ਉਹ ਕਹਿੰਦੇ ਅੰਗਰੇਜ਼ਾਂ ਦੀਆਂ ਜੇਲ੍ਹਾਂ ਨੇ ਤਾਂ ਨਹੀਂ ਪਾਇਆ, ਪਰ ਇਹ ਆਜ਼ਾਦ ਦੇਸ਼, ਅਸੀਂ ਇਹੋ ਜਿਹਾ ਦੇਸ਼ ਨਹੀਂ ਸੀ ਚਾਹੁੰਦੇ, ਤੇ ਕੁੱਬ ਇਹਨਾਂ ਜੇਲ੍ਹਾਂ ਨੇ ਜ਼ਰੂਰ ਪਾਤਾ ਜਿਹੜੀਆਂ 'ਚ ਹੁਣ ਆਜ਼ਾਦੀ ਤੋਂ ਬਾਅਦ ਕੱਟੀਆਂ ਨੇ। ਮਤਲਬ ਉਹਨਾਂ ਦਾ ਕੋਈ ਇਸ ਲੈਵਲ ਦਾ ਨਿਸ਼ਾਨਾ ਨਹੀਂ ਸੀ ਕਿ ਮੈਂ ਗੱਦੀ ਮਾਨਣੀ ਹੈ, ਮੈਂ ਤਾਕਤ ਆਪਦੇ ਕੋਲ ਲੈ ਕੇ ਫਿਰ ਗੱਲ ਕਰਨਾ। ਉਹ ਜਿਵੇਂ ਕਹਿੰਦੇ ਨੇ ਨੀਹਾਂ ਦੇ ਜਿਹੜੇ ਰੋੜੇ ਬਣਦੇ ਨੇ ਲੋਕ, ਜਿਨ੍ਹਾਂ ਤੇ ਨੀਹਾਂ ਉਸਰਨੀਆਂ ਹੁੰਦੀਆਂ ਨੇ, ਉਹਨਾਂ ਨੇ ਉਹਨਾਂ ਦਾ ਕੰਮ ਕੀਤਾ। ਉਮਰ ਭਰ ਆਪਣੀ ਜ਼ਿੰਦਗੀ ਜਿਹੜੀ ਹੈ, ਆਪਣਾ ਜੀਵਨ ਲੋਕਾਂ ਦੇ ਲੇਖੇ, ਉਹਨਾਂ ਦਾ ਜੀਵਨ ਵਧੀਆ ਬਣੇ, ਉਹਨਾਂ 'ਚ ਬਰਾਬਰੀ ਆਏ, ਉਹਦੇ 'ਚ ਬਾਕੀ ਦੀਆਂ ਚੀਜ਼ਾਂ ਆਏ, ਔਰ ਉਹਨਾਂ 'ਚ ਸਪਿਰਿਟ ਸੀ, ਔਰ ਸਿੱਖੀ ਦੇ ਇਤਿਹਾਸ ਦੀ ਵੀ ਸਪਿਰਿਟ ਉਹਨਾਂ ਨੂੰ ਬਾਰ-ਬਾਰ ਪ੍ਰੇਰਦੀ ਸੀ ਇਸ ਪਾਸੇ ਕਿ ਕੁਰਬਾਨੀਆਂ ਦਾ ਜਜ਼ਬਾ, ਔਰ ਉਹ ਗੁਰੂ ਗੋਬਿੰਦ ਸਿੰਘ ਦਾ ਜਾਂ ਅਰਦਾਸ ਦਾ ਜਾਂ ਸਾਰਾ ਉਹਦੇ ਨਾਲ ਸੀ। ਔਰ ਇਸੇ ਤਰ੍ਹਾਂ ਜਿਹੜਾ ਸੋਵੀਅਤ ਯੂਨੀਅਨ ਦੇ ਵਿੱਚ ਜੋ ਉਸ ਸਮੇਂ ਵਾਪਰ ਰਿਹਾ ਸੀ, 1917 'ਚ ਇਨਕਲਾਬ ਵੀ ਆਇਆ, ਉੱਥੇ ਵੀ ਉਦੋਂ ਪਹਿਲਾਂ ਇਹਦਾ ਮਤਲਬ ਐਡੇ ਵੱਡਾ ਇੱਕ ਥਾਟ ਪ੍ਰੋਸੈਸ ਚੱਲ ਰਿਹਾ ਸੀ, ਉਹਦੇ ਤੋਂ ਵੀ ਕੁਝ ਉਸ ਲੈਵਲ ਦੇ ਪ੍ਰਭਾਵਿਤ ਹੋਏ। ਔਰ ਇਸੇ ਕਰਕੇ ਇਹ ਜਿਹੜੀ ਗੱਲ ਹੈ ਕਿ ਕੇਵਲ ਉਹਨਾਂ ਨੂੰ ਇੱਕ ਖਾਕੇ 'ਚ ਖੜਾ ਕਰਨ ਦਾ ਜਿਹੜਾ ਇੱਕ ਤਰੀਕਾ, ਉਹਦੀ ਬਜਾਏ ਮੇਰਾ ਖਿਆਲ ਉਹ ਸਾਂਝੀ ਵਿਰਾਸਤ ਦਾ ਇੱਕ ਚਿੰਨ੍ਹ ਨੇ ਸਾਰੇ ਦੇ ਸਾਰੇ, ਔਰ ਉਸ ਰੂਪ ਦੇ ਵਿੱਚ ਹੀ ਵਿਰਾਸਤਾਂ ਅੱਗੇ ਚੱਲਦੀਆਂ ਹੁੰਦੀਆਂ ਨੇ। ਉਹ 'ਚ ਅਲੱਗ-ਅਲੱਗ ਸਟਰੀਮਜ਼ ਹੋ ਸਕਦੀਆਂ ਨੇ, ਨਾਮਧਾਰੀਆਂ ਦੀ ਆਪਣੀ ਸਟਰੀਮ ਹੈ, ਵੱਖ-ਵੱਖ ਟਾਈਪ ਦੀਆਂ ਆਪਣੀਆਂ ਸਟਰੀਮਜ਼ ਨੇ। ਸਾਨੂੰ ਇਕੱਠੇ ਤੌਰ ਤੇ ਕਦਰ, ਔਰ ਗਦਰ ਮੂਵਮੈਂਟ ਦਾ ਸਭ ਤੋਂ ਬੜਾ ਨਿਸ਼ਾਨਾ ਇਹ ਸੀ ਕਿ ਤਿਆਗ ਤੇ ਕੁਰਬਾਨੀ। ਨੰਬਰ 2 ਇੱਕ ਸਧਾਰਨ ਲੋਕ ਇੱਕ ਐਡਾ ਵੱਡਾ ਨਿਸ਼ਾਨਾ ਤੈਅ ਕਰ ਸਕਦੇ ਨੇ, ਏਮ ਕਿ ਅਸੀਂ ਇਹੋ ਜਿਹਾ ਸਮਾਜ ਸਿਰਜਣਾ, ਇੱਕ ਸੁਪਨਾ ਦੇਖਣਾ ਇੱਕ ਵੱਡੇ ਤੇ ਬਿਹਤਰ ਸਮਾਜ ਦਾ, ਕਿ ਅਸੀਂ ਇਸ ਪੱਧਰ ਦੇ ਉੱਤੇ ਕੰਮ ਕਰਨਾ, ਇੱਕ ਨਕਸ਼ਾ ਪੇਸ਼ ਕਰਨਾ। ਔਰ ਜਿਹੜਾ ਨਕਸ਼ਾ ਬਿਨਾਂ ਸ਼ੱਕ ਉਹ ਬਾਬੇ ਇਹ ਕਹਿੰਦੇ ਰਹੇ ਕਿ ਸਾਡੇ ਵਾਲਾ ਨਹੀਂ ਹੈ ਜਿਹੜਾ ਆਜ਼ਾਦੀ ਦੇ ਬਾਅਦ ਤੋਂ ਆਇਆ, ਅਸੀਂ ਹੋਰ ਤਰ੍ਹਾਂ ਦਾ ਸਮਾਜ ਜਿਹੜਾ ਚਾਹੁੰਦੇ ਸੀ, ਔਰ ਉਹ ਅਜੇ ਵੀ ਸਾਡੇ ਸਾਹਮਣੇ ਇੱਕ ਏਮ, ਇੱਕ ਨਿਸ਼ਾਨਾ ਪਿਆ ਹੋਇਆ।
ਹਮੀਰ ਸਿੰਘ ਜੀ, ਹੁਣ ਆਪਾਂ ਗੱਲ ਕਰ ਰਹੇ ਹਾਂ ਗਦਰ ਮੂਵਮੈਂਟ ਦੀ। ਅਸੀਂ ਜਾਣਨਾ ਚਾਹਾਂਗੇ ਵੀ ਕਿ ਤੁਸੀਂ ਦੱਸਿਆ 1913 ਦੇ ਵਿੱਚ ਗਦਰ ਲਹਿਰ ਦੀ, ਗਦਰ ਮੂਵਮੈਂਟ ਦੀ ਜਿਹੜੀ ਸੀ ਸ਼ੁਰੂਆਤ ਹੋਈ ਸੀ, ਵੀ ਕਿ ਇਹ ਕਿਸ ਤਰ੍ਹਾਂ ਉੱਥੇ ਲੋਕ ਇਕੱਠੇ ਹੋਏ, ਉਹਨਾਂ ਨੇ ਕੀ ਵਿਚਾਰਧਾਰਾ ਰੱਖੀ, ਜਿਹੜਾ ਉਹ ਵਿਦੇਸ਼ ਤੋਂ ਮੁੜ ਇੰਡੀਆ ਦੇ ਵਿੱਚ ਵਾਪਸ ਆਏ ਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇੱਕ ਅੰਦੋਲਨ ਸ਼ੁਰੂ ਕੀਤਾ, ਵੀ ਕਿ ਇਹ ਕਿਸ ਤਰ੍ਹਾਂ ਲੋਕਾਂ ਨੇ ਕੀ ਸੋਚ ਲੈ ਕੇ ਇਕੱਠੇ ਹੋਏ ਸੀ? ਨਹੀਂ, ਇਕੱਠੇ ਤਾਂ ਇਸੇ ਕਰ ਲਈ, ਤੁਰੰਤ ਦਾ ਗੋਲ ਉਹਨਾਂ ਦਾ ਇਹ ਸੀਗਾ ਕਿ ਅਸੀਂ ਗੋਰਿਆਂ ਨੂੰ ਉੱਥੋਂ ਹਟਾਉਣਾ ਤੇ ਆਪਣਾ ਰਾਜ ਲਿਆਉਣਾ। ਸਾਡਾ ਆਪਣਾ ਰਾਜ ਹੋਏਗਾ, ਅਸੀਂ ਆਪ ਪ੍ਰਬੰਧਕ ਹੋਵਾਂਗੇ ਤੇ ਉਸੇ ਟਾਈਪ ਦਾ ਜਿਹੜਾ ਕਾਨੂੰਨ ਹੈ ਜਾਂ ਜਿਸ ਲੈਵਲ ਦਾ ਸਿਸਟਮ ਚੱਲੇਗਾ, ਬਰਾਬਰੀ ਦਾ, ਇਨਸਾਨੀਅਤ ਦਾ, ਸਰਬੱਤ ਦੇ ਭਲੇ ਦਾ, ਉਹ ਸਾਰਾ ਅਸੀਂ ਕਰਾਂਗੇ। ਤੇ ਉਸੇ ਏਮ ਨੂੰ ਲੈ ਕੇ ਉਹਨਾਂ ਸਾਰਿਆਂ ਨੇ ਫਿਰ ਇੱਕ ਮਤਾ ਪਕਾਇਆ ਤੇ ਉਹ ਮਤੇ ਦੇ ਰੂਪ ਦੇ ਵਿੱਚ ਜਾਗਰੂਕਤਾ ਫੈਲਾਉਣ ਦੀ ਵੀ ਆਪਣੇ ਵੱਲੋਂ ਕੋਸ਼ਿਸ਼ ਕੀਤੀ। ਅਖਬਾਰ ਕੱਢ ਕੇ, ਪਰਚਿਆਂ ਰਾਹੀਂ, ਜ਼ੁਬਾਨੀ, ਵੱਖ-ਵੱਖ ਥਾਵਾਂ ਤੇ ਲੈਕਚਰ ਕਰਕੇ ਪਹਿਲਾਂ ਉਹਨਾਂ ਨੂੰ ਜਥੇਬੰਦ ਕੀਤਾ। ਔਰ ਇਹ ਕੋਈ ਸੌਖਾ ਕੰਮ ਨਹੀਂ ਕਿ ਐਡੀ ਵੱਡੀ ਗਿਣਤੀ 'ਚ ਬੰਦਿਆਂ ਨੂੰ ਜਥੇਬੰਦ ਕਰਕੇ ਫਿਰ ਪ੍ਰੇਰਿਤ ਕਰਨਾ ਕਿ ਸਭ ਕੁਝ ਦਾਅ 'ਤੇ ਲਾ ਕੇ ਚੱਲੋ, ਦੇਸ਼ ਦੇ ਵਿੱਚ ਚੱਲੀਏ। ਤੇ ਫਿਰ ਉਹ ਇੱਥੇ ਆਏ ਤੇ ਇੱਥੇ ਵੀ ਆ ਕੇ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੋਸ਼ਿਸ਼ ਕੀਤੀ। ਜਿੰਨੇ ਵੀ ਸੀ ਫੜੇ ਵੀ ਗਏ, ਸ਼ਹੀਦੀਆਂ ਦਿੱਤੀਆਂ, ਫਾਂਸੀਆਂ ਤੇ ਚੜ੍ਹੇ ਤੇ ਕਾਲੇ ਪਾਣੀ ਗਏ, ਭੇਜੇ ਗਏ ਵੱਖ-ਵੱਖ ਟਾਈਪ ਦੇ ਮਤਲਬ ਤਸੀਹੇ ਚੱਲਣ ਦੇ ਬਾਅਦ। ਉਸ ਤੋਂ ਬਾਅਦ ਵੀ ਅਜੇ ਉਹਨਾਂ ਦਾ ਜਿਹੜਾ ਇੱਕ ਸੈਟਅਪ ਹੈ, ਉਹ ਸੁਪਨਾ ਸੀ, ਜਿਹੜਾ ਖੂਬਸੂਰਤ ਸੁਪਨਾ ਉਹਨਾਂ ਨੇ ਲਿਆ ਤੇ ਉਹ ਸੁਪਨਾ ਅਜੇ ਵੀ ਲੋਕਾਂ ਦੇ ਦਿਮਾਗਾਂ ਦੇ ਵਿੱਚ ਇੱਕ ਹੱਦ ਤੱਕ ਜਚਿਆ ਹੋਇਆ। ਔਰ ਉਹ ਜਚਣਾ ਚਾਹੀਦਾ ਕਿਉਂਕਿ ਮਨੁੱਖੀ ਸ਼ਾਨ ਉਹਨਾਂ ਦੇ ਸੁਪਨੇ ਦੇ ਵਿੱਚ ਪਈ ਹੈ। ਬਰਾਬਰੀ ਦਾ ਸੁਪਨਾ ਉਹਨਾਂ ਦਾ ਸੁਪਨੇ ਦਾ ਇੱਕ ਹਿੱਸਾ ਹੈ, ਸਾਰੇ ਮਿਲ ਕੇ ਰਹਿਣ ਉਹਨਾਂ ਦਾ ਇੱਕ ਸੁਪਨੇ ਦਾ ਹਿੱਸਾ, ਸਰਬੱਤ ਦਾ ਭਲਾ ਉਹਨਾਂ ਦੇ ਸੁਪਨੇ ਦਾ ਇੱਕ ਹਿੱਸਾ ਹੈ, ਇਨਸਾਨੀਅਤ ਪਰਮੋ ਧਰਮ ਹੈ ਜਿਹਨੂੰ ਕਹਿੰਦੇ ਉਹ ਸਭ ਤੋਂ ਸੁਪਨੇ ਦਾ ਇੱਕ ਹਿੱਸਾ ਹੈ। ਇਸ ਸੁਪਨੇ ਦੇ ਕਰਕੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਇਸ ਸੁਪਨੇ ਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ। ਔਰ ਮੂਵਮੈਂਟਾਂ ਕਿੰਨੀਆਂ ਮਤਲਬ ਅਸਰ ਅੰਦਾਜ਼ ਹੁੰਦੀਆਂ ਨੇ ਜਾਂ ਫੇਲ ਹੋ ਗਈ, ਲੋਕ ਕਹਿੰਦੇ ਨੇ ਉਹ ਫੇਲ ਹੋ ਗਈ। ਫੇਲ ਨਹੀਂ ਹੁੰਦੀ ਮੂਵਮੈਂਟ, ਅਸਲ 'ਚ ਉਹ ਜਾਗ ਲਾਉਂਦੀ ਆ ਉਸ ਤੋਂ ਬਾਅਦ ਲੱਖਾਂ ਲੋਕਾਂ ਨੂੰ। ਉਸ ਮੂਵਮੈਂਟ ਨੇ ਉਹ ਗਦਰ ਨਹੀਂ ਕਰ ਪਾਈ ਉਸ ਰੂਪ 'ਚ, ਤੁਸੀਂ ਕਹਿ ਸਕਦੇ ਹੋ ਕਿ ਉਹ ਪੂਰਾ ਨਹੀਂ ਕਰਿਆ, ਪਰ ਜਿੰਨੀਆਂ ਉਹਨਾਂ ਦੀ ਕੁਰਬਾਨੀ ਨੇ ਅਗਲਾ ਪ੍ਰੇਰਨਾ ਦਿੱਤੀ। ਉਸ ਤੋਂ ਬਾਅਦ ਮੂਵਮੈਂਟ 'ਚ ਜੋ ਹਵਾ ਆਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੱਲੀ, ਲਗਾਤਾਰਤਾ ਦੇ ਰੂਪ ਦੇ ਵਿੱਚ, ਉਹ ਬਹੁਤ ਵੱਡੀ ਗੱਲ ਹੈ। ਉਹ ਬਹੁਤ ਵੱਡੀ ਬੁਨਿਆਦ ਦੇ ਗਏ ਇਸ ਨੂੰ। ਹਮੀਰ ਸਿੰਘ ਜੀ, ਦੇਸ਼ ਦੀ ਆਜ਼ਾਦੀ ਦੇ ਸਮੇਂ ਜਿਹੜਾ ਸੀਗਾ ਗਦਰ ਮੂਵਮੈਂਟ ਚੱਲੀ, ਉਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੀ ਲਹਿਰਾਂ ਜਿਹੜੀਆਂ ਉੱਠੀਆਂ, ਜਿਨ੍ਹਾਂ ਨੇ ਇੱਕ ਭਾਰਤ ਦੇਸ਼ ਦੇ ਵਿੱਚ ਨਵਾਂ ਸਿਸਟਮ, ਇੱਕ ਨਵੀਂ ਸੋਚ ਜਿਹੜਾ ਸੀਗਾ ਲੈ ਕੇ ਆਉਣ ਦੀ ਗੱਲ ਕੀਤੀ। ਕੀ ਉਹ ਸੋਚ ਜਿਹੜੀ ਹੈਗੀ ਲੈ ਕੇ ਆ ਨਹੀਂ ਸਕੀ? ਕਿ ਉਹ ਸਿਸਟਮ ਨਹੀਂ ਬਣ ਸਕਿਆ ਜਿਹੜਾ ਅੱਜ ਭਾਰਤ ਦੇ ਲੋਕ ਜਿਹੜਾ ਹੈਗਾ ਭਾਰਤ ਨੂੰ ਛੱਡ ਕੇ ਉਹੀ ਵਿਦੇਸ਼ਾਂ ਵੱਲ ਮੁੜ ਜਿਹੜਾ ਹੈਗਾ ਜਾਣ ਵੱਲ ਜਾ ਰਹੇ ਨੇ, ਵੱਡੀ ਗਿਣਤੀ 'ਚ ਲੋਕ ਵਿਦੇਸ਼ ਨੂੰ ਜਾ ਰਹੇ ਨੇ, ਕਿ ਉਹ ਸਿਸਟਮ ਬਣ ਨਹੀਂ ਸਕਿਆ? ਬਿਲਕੁਲ, ਜੇ ਗਦਰੀਆਂ ਦੇ ਸੁਪਨਿਆਂ ਦਾ ਦੇਸ਼ ਬਣ ਜਾਂਦਾ ਤਾਂ ਇਸ ਦੇਸ਼ ਵੱਲ ਨੂੰ ਲੋਕ ਭੱਜੇ ਆਉਣੇ ਸੀ ਮੁੜ ਕੇ ਨਾ। ਜਿਹੜਾ ਦੇਸ਼ ਹੁੰਦਾ ਜਿੱਥੇ ਖੂਬਸੂਰਤ, ਕਿਉਂਕਿ ਇੱਥੇ ਤੁਸੀਂ ਦੇਖੋ ਖਾਸ ਤੌਰ ਤੇ ਪੰਜਾਬ ਜਿਹੜਾ ਪੁਰਾਣਾ ਸੀ, ਪਹਿਲਾਂ ਤਾਂ ਉਹਨਾਂ ਦਾ ਸੁਪਨਾ ਟੁੱਟਿਆ 47 'ਚ ਦੇਸ਼ ਦੀ ਵੰਡ ਕਰਕੇ। 47 ਦੇ ਵਿੱਚ ਐਕਚੁਅਲੀ ਵੰਡ ਦੇਸ਼ ਦੀ ਨਹੀਂ ਹੋਈ, ਵੰਡ ਅਸਲ ਦੇ ਵਿੱਚ ਪੰਜਾਬ ਤੇ ਬੰਗਾਲ ਦੀ ਹੋਈ ਹੈ। ਔਰ 10 ਲੱਖ ਮਰਨ ਵਾਲਿਆਂ 'ਚੋਂ 40 ਲੱਖ ਜ਼ਖਮੀਆਂ 'ਚੋਂ 2.5 ਕਰੋੜ ਜਿਹੜੇ ਲੋਕਾਂ ਦੀਆਂ ਜਾਇਦਾਦਾਂ ਤੇ ਮਾਈਗ੍ਰੇਟ ਹੋਏ, ਉਹਨਾਂ 'ਚੋਂ 8 ਲੱਖ ਦੇ ਕਰੀਬ ਪੰਜਾਬੀ ਸੀ, ਇਹ ਕਿਹਾ ਜਾਂਦਾ। ਔਰ ਪੰਜਾਬ ਨੇ ਜੋ ਸੰਤਾਪ ਝੱਲਿਆ, ਜੋ ਲਿਟਰੇਚਰ ਹੈ, ਜੋ ਸਾਹਿਤ ਹੈ, ਅੱਜ ਵੀ ਪੰਜਾਬੀ ਇੱਕ ਦੂਜੇ ਨੂੰ ਮਿਲ ਤੋਂ ਤਰਸਦੇ ਨੇ, ਆਪਣੀ ਜਨਮ ਭੂਮੀ ਨੂੰ ਤਰਸਦੇ ਨੇ। ਪਹਿਲਾਂ ਤਾਂ ਇਹ ਹਮਲਾ ਉਹਨਾਂ ਦੇ ਉਲਟ ਵਿਚਾਰਧਾਰਾ ਨੇ ਦੇਸ਼ ਨੂੰ ਤੋੜ ਕੇ ਕੀਤਾ, ਜਿਹਦੇ ਕਰਕੇ ਇਹ ਬਹੁਤ ਵੱਡਾ ਸਵਾਲ ਸੀ। ਜੇ ਓਵਰਆਲ ਪੰਜਾਬ ਇਕੱਠਾ ਰਹਿੰਦਾ ਤਾਂ ਇਹਦੀ ਤਾਸੀਰ ਹੀ ਹੋਣੀ ਸੀ, ਇਹਦਾ ਗੱਲ ਹੀ ਹੋਰ ਹੋਣੀ ਸੀ। ਅਗਲੀ ਗੱਲ, ਜਿਹੜਾ ਉਹਨਾਂ ਦਾ ਸੁਪਨਾ ਸੀ, ਬੜਾ ਪਵਿੱਤਰ ਸੁਪਨਾ, ਬਰਾਬਰੀ ਦਾ, ਬਾਕੀ ਚੀਜ਼ਾਂ ਦਾ, ਤੇ ਚਲਦੇ ਚਲਦੇ ਅਸੀਂ ਤਾਂ ਸਾਰੀਆਂ ਜ਼ਮੀਨਾਂ ਦਾ ਜਿਹੜਾ ਸਵਾਲ ਸੀ, ਔਰ ਈਵਨ ਉਦੋਂ ਵੀ ਪੁਰਾਣਾ ਸੁਪਨਾ ਬਾਬਾ ਬੰਦਾ ਬਹਾਦਰ ਦਾ ਲੈਂਡ ਟੂ ਦੀ ਟਿਲਰ ਆਈ ਤੇ ਬਾਕੀ ਚੀਜ਼ਾਂ ਆਈਆਂ, ਉਹਦੀ ਲਗਾਤਾਰਤਾ ਦੇ ਵਿੱਚੋਂ ਕਿਰਤੀਆਂ ਦਾ ਰਾਜ ਲਿਆਉਣ ਦੀ ਗੱਲ ਸੀ। ਤੇ ਇੱਥੇ ਤਾਂ ਇਹ ਹੋਇਆ ਕਿ ਹੁਣ ਤਾਂ ਅਸੀਂ ਬਿਲਕੁਲ ਹੀ ਸਾਡਾ ਕੁਦਰਤੀ ਸਰੋਤ ਉਹ ਬਰਬਾਦ ਕਰਤੇ ਨੇ ਪੰਜਾਬ ਦੇ। ਪਾਣੀ ਬੰਜਰ ਹੋਣ ਵੱਲ ਜਾ ਰਿਹਾ, ਮਿੱਟੀ ਜ਼ਹਿਰੀਲੀ ਹੋ ਗਈ ਆ, ਆਬੋ ਹਵਾ ਜਿਹੜੀ ਹੈ ਉਹ ਇੰਨੀ ਖਰਾਬ ਹੋ ਗਈ ਤੇ ਕੈਂਸਰ ਤੇ ਕਾਲੇ ਪੀਲੀਆ ਦਾ ਸ਼ਿਕਾਰ ਹੋ ਰਹੇ ਨੇ ਪੰਜਾਬ ਦੇ ਲੋਕ। ਘਰ ਘਰ ਕੈਂਸਰ, ਕਾਲਾ ਪੀਲੀਆ ਫੈਲ ਰਿਹਾ ਜੀ। ਬੇਰੁਜ਼ਗਾਰੀ ਦਾ ਆਲਮ ਇਹ ਹੈ। ਰੂਲ ਆਫ ਲਾ, ਕਾਨੂੰਨ ਦਾ ਮਾਮਲਾ ਇਹ ਹੈ ਕਿ ਕਿਸੇ ਤੇ ਜੋ ਮਰਜ਼ੀ ਪਰਚਾ ਪਾ ਦਿਓ, ਇੱਕ ਵਾਰ ਜੇਲ੍ਹ 'ਚ ਪਾ ਦਿਓ, UAPA ਲਾ ਕੇ, NIA ਦੇ ਤਹਿਤ ਕੋਈ ਨਹੀਂ ਪੁੱਛਦਾ, ਸਾਲਾਂ ਬੱਧੀ ਜ਼ਮਾਨਤ ਨਹੀਂ ਹੁੰਦੀ ਕਿਸੇ ਬੰਦੇ ਦੀ। ਤੇ ਇਹ ਜਿਹੜੇ ਮਾਹੌਲ ਨੇ, ਇਸ ਮਾਹੌਲ ਨੇ ਇੱਥੇ ਇੱਕ ਬੇਚੈਨੀ ਪੈਦਾ ਕੀਤੀ ਹੈ। ਜਿਹੜਾ ਸਾਡਾ ਨੌਜਵਾਨ ਹੈ ਉਹਦਾ ਸੁਪਨਾ ਤੋੜ ਦਿੱਤਾ ਪੂਰਾ। ਜਿਹੜੇ ਅੰਗਰੇਜ਼ ਨੂੰ ਕੱਢਣ ਦੇ ਲਈ ਗਦਰੀ ਇੱਥੇ ਆਏ ਸੀ, ਜਿਹੜੇ ਬਾਹਰਲੇ ਰੂਲ ਨੂੰ ਕਰਨ ਆਏ ਸੀ, ਤੇ ਉਹ ਹੁਣ ਉੱਥੇ ਜਾ ਰਹੇ ਨੇ ਮੁੜ ਕੇ। ਇੱਕ ਕਿਤਾਬ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਬਹੁਤ ਵੱਡੀ ਇਕੋਨਮਿਸਟ ਨੇ, ਉਤਸਾ ਪਟਨਾਇਕ, ਉਹਨਾਂ ਦਾ ਇੱਕ ਕਿਤਾਬ ਹੈ ਤੇ ਉਹ ਇਹ ਕਹਿ ਰਹੇ ਨੇ ਕਿ ਅੰਗਰੇਜ਼ਾਂ ਨੇ 1665 ਤੋਂ 1978 ਤੱਕ
ਇੱਥੋਂ ਇਸ ਦੇਸ਼ ਦੇ ਵਿੱਚੋਂ ਲਗਭਗ 45 ਟ੍ਰਿਲੀਅਨ ਡਾਲਰ ਇੱਕ ਟਾਈਪ ਦਾ ਲੈ ਕੇ ਗਏ ਨੇ ਲੁੱਟ ਕੇ, ਜਿਸ ਤਰੀਕੇ ਦੇ ਨਾਲ ਉਦੋਂ ਉਹ ਸੀ ਪਹਿਲਾਂ ਈਸਟ ਇੰਡੀਆ ਕੰਪਨੀ ਤੇ ਫਿਰ ਜਿਹੜਾ ਬ੍ਰਿਟਿਸ਼ਰ ਰੂਲ ਹੋਇਆ, ਤੇ ਹੁਣ ਪਹਿਲਾਂ ਤਾਂ ਉਸ ਤਰੀਕੇ ਨਾਲ ਲੁੱਟ ਕੇ ਲੈ ਗਏ, ਹੁਣ ਅਸੀਂ ਆਪਣੇ ਆਪ ਆਪਣੇ ਬੱਚਿਆਂ ਦੇ ਥਰੂ ਭੇਜਦੇ ਹਾਂ। ਔਰ ਇੱਕ ਪਿਛਲੇ ਦਿਨਾਂ 'ਚ ਅੰਕੜਾ ਹੈ ਅਮਰੀਕਾ ਦੇ ਕਮਰਸ ਡਿਪਾਰਟਮੈਂਟ ਦਾ ਉਹ ਅੰਕੜਾ ਹੈ ਹਾਲਾਂਕਿ ਕਿ 45 ਬਿਲੀਅਨ ਡਾਲਰ ਇੱਕ ਸਾਲ 'ਚ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਉਹ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਖਰਚ ਕਰਦੇ ਨੇ, ਜਿਸ 'ਚੋਂ 13 ਬਿਲੀਅਨ ਡਾਲਰ ਇਕੱਲੇ ਇੰਡੀਅਨ ਆਉਂਦਾ ਹੈ, ਭਾਰਤੀ ਆਉਂਦਾ ਹੈ, ਤੇ ਪੰਜਾਬੀ ਹਰ ਸਾਲ 1.5 ਲੱਖ ਦੇ ਕਰੀਬ ਜਾਂਦਾ ਹੈ, ਤੇ 1.25 ਲੱਖ ਕੈਨੇਡਾ ਜਾਂਦਾ ਹੈ, ਬਾਕੀ ਹੋਰਾਂ ਦੇਸ਼ਾਂ ਦੇ ਵਿੱਚ ਜਾਂਦਾ ਹੈ। ਔਰ ਇੱਕ ਮੋਟਾ ਜਿਹਾ ਅੰਕੜਾ ਇਹ ਹੈ ਕਿ ਹਰ ਸਾਲ 27,000 ਕਰੋੜ ਰੁਪਈਆ ਕੇਵਲ ਫੀਸਾਂ ਦੇ ਰੂਪ ਦੇ ਵਿੱਚ ਜਾ ਰਿਹਾ ਹੈ ਪੰਜਾਬ ਤੋਂ। 27,000 ਕਰੋੜ ਰੁਪਈਏ ਦਾ ਮਤਲਬ ਹੈ ਕਿ ਪੰਜਾਬ ਦੇ ਬਜਟ ਦਾ ਤੀਜਾ ਹਿੱਸਾ, ਜਿਹੜਾ ਟੋਟਲ ਪੰਜਾਬ ਦੇ ਬਜਟ ਦਾ ਹਰ ਸਾਲ ਬਜਟ ਬਣਦਾ, ਹਰ ਸਾਲ ਉਹ ਜਾਂਦਾ ਤੀਜਾ ਹਿੱਸਾ। ਫਿਰ ਜਿਹੜਾ ਠੇਕਾ ਜਾ ਰਿਹਾ ਉਹ ਅਲੱਗ ਹੈ ਜ਼ਮੀਨਾਂ ਦਾ, ਤੇ ਬਾਕੀ ਦਾ ਜਿਹੜਾ ਉੱਥੇ ਹੁਨਰ ਜਾ ਰਿਹਾ, ਸਕਿੱਲ ਜਾ ਰਹੀ ਹੈ, ਉਹ ਅਲੱਗ ਹੈ ਉਸ ਮਾਮਲੇ ਦੇ ਵਿੱਚ। ਔਰ ਮਜਬੂਰ ਅਸੀਂ ਐਸਾ ਸਿਸਟਮ ਬਣਾ ਕੇ ਇਹੋ ਜਿਹਾ ਮਜਬੂਰ ਕਰਤਾ ਜਿਹੜੀਆਂ ਸਰਕਾਰਾਂ ਅੱਜ ਤੱਕ ਸਾਡੀਆਂ ਆਈਆਂ ਕਿ ਕਿਸੇ ਬੰਦੇ ਦਾ ਹੁਣ ਜੀ ਨਹੀਂ ਲੱਗਦਾ ਪੰਜਾਬ ਦੇ ਵਿੱਚ, ਉਹ ਦੌੜ ਜਾਣਾ ਚਾਹੁੰਦਾ। ਆਈਲੈਟਸ ਦੀਆਂ ਦੁਕਾਨਾਂ ਚੱਲ ਰਹੀਆਂ ਨੇ, ਕਿਹਾ ਜਾਂਦਾ 5,36,000 ਬੱਚਾ ਜਿਹੜਾ ਆਈਲੈਟਸ ਦੇ ਐਗਜ਼ਾਮ 'ਚ ਬੈਠਦਾ ਸਾਡੇ ਪੰਜਾਬ ਦੇ ਵਿੱਚੋਂ 1.5 ਲੱਖ ਚਲਾ ਜਾਂਦਾ, ਤਾਂ ਪੰਜਾਬ ਤਾਂ ਉੱਜੜ ਰਿਹਾ ਬੁਰੀ ਤਰ੍ਹਾਂ। ਮੁੜ ਕੇ ਅਸੀਂ ਤੇ ਉਹ ਜਿਹੜਾ ਗਦਰੀਆਂ ਨੇ ਜਾਂ ਹੋਰ ਆਜ਼ਾਦੀ ਘੁਲਾਟੀਆਂ ਨੇ ਜਾਂ ਬਾਕੀ ਲੋਕਾਂ ਨੇ ਜ਼ਿੰਦਗੀਆਂ ਦੇ ਵਿੱਚ ਇਸ ਖਿੱਤੇ ਨੂੰ ਖੂਬਸੂਰਤ ਬਣਾਉਣ ਦੀ ਲੜਾਈ ਲੜੀ, ਤਾਂ ਉਹਦਾ ਤਾਂ ਅਸੀਂ ਸੱਤਿਆਨਾਸ਼ ਕਰਤਾ। ਸਾਡਾ ਪੋਲੀਟੀਸ਼ੀਅਨ ਉਲਟਾ ਇਹ ਕਹਿੰਦਾ ਕਿ ਅਸੀਂ ਆਈਲੈਟਸ ਸਰਕਾਰੀ ਸਕੂਲਾਂ 'ਚ ਵੀ ਲਾਗੂ ਕਰ ਦਾਂਗੇ। ਅਸੀਂ ਅਜੇ ਚਿੰਤਾ ਨਹੀਂ ਕਰਨ ਲੱਗੇ ਇਸ ਗੱਲ ਤੇ ਕਿ ਇਹ ਨਾ ਗਦਰੀਆਂ ਦਾ, ਨਾ ਭਗਤ ਸਿੰਘ ਦਾ, ਨਾ ਬਾਕੀ ਦਾ, ਨਾ ਗੁਰੂਆਂ ਦਾ ਜਿਹੜਾ ਨਾ ਤੇ ਬਸਦਾ ਪੰਜਾਬ ਹੈ, ਨਾ ਉਸ ਲੈਵਲ ਦੀ ਗੱਲ ਹੈ। ਇਹਨੂੰ ਮੁੜ ਕੇ ਇੱਕ ਸੁਪਨਾ ਸਿਰਜਣਾ ਪਏਗਾ ਜਿਹੜਾ ਗਦਰੀਆਂ ਦੇ ਸੁਪਨੇ ਨਾਲ ਮੈਚ ਕਰਦਾ ਹੋਵੇ, ਜਿਹੜਾ ਸਰਾਭੇ ਦੇ ਸੁਪਨੇ ਨਾਲ ਮੈਚ ਕਰਦਾ ਹੋਵੇ, ਕਿ ਇਹ ਕਿਵੇਂ ਖੂਬਸੂਰਤ ਖਿੱਤਾ ਬਣੇ, ਮੁੜ ਕੇ ਇਹਦੇ ਕੁਦਰਤੀ ਵਸੀਲੇ ਕਿਵੇਂ ਕਾਇਮ ਰਹਿਣ। ਪਹਿਲਾਂ ਇਹਦੇ ਲਈ ਜ਼ਰੂਰੀ ਹੈ ਪੰਜਾਬ ਤੇ ਦੇਸ਼ ਤੇ ਦਾਅਵੇਦਾਰੀ ਦੀ। ਪਹਿਲਾਂ ਆਪਣਾ ਤਾਂ ਮੰਨੋ ਨਾ, ਜਦੋਂ ਆਪਣਾਪਣ ਆਏਗਾ ਤਾਂ ਉਹਦੇ ਲਈ ਕੁਰਬਾਨੀ ਵੀ ਵਿੱਚੋਂ ਪੈਦਾ ਹੋ ਜਾਂਦੀ ਹੈ। ਜਦੋਂ ਆਪਣਾਪਣ ਆਉਂਦਾ ਤਾਂ ਉਹਦੇ 'ਚੋਂ ਇੱਕ ਸੁਪਨਾ ਜਿਹੜਾ ਉਹ ਸਿਰਜਿਆ ਜਾਂਦਾ, ਉਹਨੂੰ ਪੂਰਾ ਕਰਨ ਦਾ ਅਮਲ ਵੀ ਉਹਦੇ 'ਚੋਂ ਨਿਕਲਦਾ। ਇਸ ਲਈ ਪਹਿਲਾਂ ਪੰਜਾਬ ਦੀ ਵਾਰਸ ਹੋਣ ਦਾ ਸਵਾਲ ਹੈ, ਜਿਹੜਾ ਉਹਦੀ ਦਾਅਵੇਦਾਰੀ ਦਾ ਜਿਹੜਾ ਸਵਾਲ ਹੈ, ਇਹ ਪੈਦਾ ਹੋਏਗਾ ਪੰਜਾਬ ਦੇ ਵਿੱਚ ਜੇਕਰ, ਤੇ ਉਹ ਦਾਅਵੇ ਦੇ ਰੂਪ ਦੇ ਵਿੱਚ ਫਿਰ ਅੱਗੇ ਚੱਲ ਕੇ ਸ਼ਾਇਦ ਪੰਜਾਬ ਦੁਬਾਰਾ ਆਪਣੀ ਉਸ ਪੁਰਾਣੀ ਜਿਹੜੀ ਇੱਕ ਸ਼ਾਨੋ ਸ਼ੌਕਤ ਹੈ ਜਾਂ ਪੁਰਾਣਾ ਇਹਦੇ 'ਚ ਜੋ ਕਦਰਾਂ ਕੀਮਤਾਂ ਸੀ ਜਾਂ ਜਿਸ ਦੇ ਆਧਾਰ ਤੇ ਲੜਿਆ ਜਾ ਰਿਹਾ ਸੀ। ਔਰ ਉਦੋਂ ਪਹਿਲਾਂ ਵੀ ਕਿਹਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਿਸ 'ਚ ਉਸ ਜ਼ਮਾਨੇ 'ਚ ਫਾਂਸੀ ਦੀ ਸਜ਼ਾ ਨਹੀਂ ਸੀ ਹੁੰਦੀ। ਔਰ ਬਾਕੀ ਦੇ ਲੋਕ ਕਿੰਨੀਆਂ ਕਥਾ ਕਹਾਣੀਆਂ ਨੇ ਕਿ ਗਰੀਬ ਦਾ ਪੰਡ ਆਪ ਚੱਕ ਕੇ ਛੱਡਿਆ, ਫਲਾਨਾ ਹੋ ਗਿਆ, ਤਮਾਮ ਕੁਝ ਕਮਜ਼ੋਰੀਆਂ ਵੀ। ਹੁਣ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਆ ਸਕਦਾ, ਫਿਊਡਲ ਰਾਜ ਕਿ ਇੱਕ ਰਾਜਾ ਰਾਜ ਕਰੇਗਾ, ਪਰ ਜਮਹੂਰੀਅਤ ਦੇ ਵਿੱਚ ਕਿ ਉਸ ਲੈਵਲ ਦਾ ਸਿਸਟਮ ਐਮਰਜ ਕਰਨਾ ਪਏ ਜਿੱਥੇ ਲੋਕਾਂ ਦੀ ਤਾਕਤ ਹੋਏ, ਲੋਕਾਂ ਨੂੰ ਫੈਸਲਾ ਕਰਨ ਦਾ ਹੱਕ ਹੋਏ, ਲੋਕਾਂ ਦੀ ਸ਼ਮੂਲੀਅਤ ਹੋਏ, ਲੋਕਾਂ ਦੀ ਸੁਣੀ ਜਾਵੇ। ਅੱਜ ਵਾਂਗ ਨਹੀਂ ਕਿ ਕਿਸਾਨ ਧਰਨਿਆਂ ਤੇ ਬੈਠੇ ਨੇ, ਉਹਦੀ ਕੋਈ ਸੁਣਵਾਈ ਨਾ ਹੋਵੇ, ਇੰਨੇ ਮਹੀਨਿਆਂ ਦੇ ਜਦੋਂ ਜੈਤ ਤੋਂ ਬਾਅਦ ਗੱਲਬਾਤ ਸਟਾਰਟ ਹੋਈ ਹੋਵੇ। ਲੋਕਾਂ ਦੀ ਸੁਣਵਾਈ ਹੀ ਮੇਰਾ ਖਿਆਲ ਗਦਰੀਆਂ ਦਾ ਜਿਹੜਾ ਇੱਕ ਤਰੀਕਾ ਹੈ ਕਿ ਜਦੋਂ ਉਹਨਾਂ ਕੋਲ ਫੈਸਲਾ ਕਰਨ ਦੀ ਤਾਕਤ ਆਏਗੀ, ਉਹ ਸੁਪਨਾ ਪੰਜਾਬੀਆਂ ਨੂੰ ਦੁਬਾਰਾ ਦੇਖਣਾ ਪਏਗਾ ਔਰ ਦੇਖ ਕੇ ਉਹਦੇ ਲਈ ਅਮਲ ਵੀ ਕਰਨਾ ਪਊਗਾ। ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਅੱਜ ਤੋਂ 100 ਸਾਲ ਪਹਿਲਾਂ ਵੀ ਲੋਕ ਵਿਦੇਸ਼ ਜਾਂਦੇ ਸੀਗੇ, ਕੋਈ ਪੜ੍ਹਨ ਲਈ ਜਾਂਦਾ ਸੀ, ਕੋਈ ਕੰਮ ਕਰਨ ਲਈ ਜਾਂਦਾ ਸੀ। ਕੰਮ ਕਰਨ ਵਾਲਾ ਉੱਥੇ ਤੋਂ ਕਮਾ ਕੇ ਇੰਡੀਆ ਦੇ ਵਿੱਚ ਭੇਜਦਾ ਹੁੰਦਾ ਸੀਗਾ ਪੈਸੇ, ਤੇ ਉਰੇ ਜਿਹੜਾ ਸੀਗਾ ਫਾਈਨੈਂਸ਼ੀਅਲ ਸਿਸਟਮ ਜਿਹੜਾ ਸੀਗਾ ਮਜ਼ਬੂਤ ਹੁੰਦਾ। ਪਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਉਰੇ ਦਾ ਨੌਜਵਾਨ ਦੇਸ਼ ਭਰ ਤੋਂ, ਵਿਸ਼ੇਸ਼ ਤੌਰ ਤੇ ਪੰਜਾਬ ਦਾ, ਜਿਹੜਾ ਵੱਡੀ ਗਿਣਤੀ 'ਚ ਹਰ ਸਾਲ ਬਾਹਰ ਜਾ ਰਿਹਾ, ਜਿਹੜਾ ਕਿ ਉੱਥੋਂ ਕਮਾ ਕੇ ਭੇਜਣ ਦੀ ਥਾਂ ਤੇ ਉਰੋਂ ਪਰਮਾਨੈਂਟ ਸਾਰਾ ਵੇਚ ਵੱਟ ਕੇ ਉੱਥੇ ਸੈਟਲ ਹੋਣ ਦੀ ਗੱਲਾਂ ਕਰ ਰਹੇ ਨੇ, ਸੈਟਲ ਹੋ ਵੀ ਰਹੇ ਨੇ। ਪਰ ਕੋਈ ਰਾਜਨੀਤਿਕ ਪਾਰਟੀ ਇਸ ਵੱਲ ਗੌਰ ਕਰਨ ਲਈ ਤਿਆਰ ਨਹੀਂ ਹੈ, ਕੋਈ ਬੋਲਣ ਲਈ ਤਿਆਰ ਨਹੀਂ ਹੈ। ਇਹਨਾਂ ਸਭ ਦਾ ਸੋਲਿਊਸ਼ਨ ਕੀ ਹੋ ਸਕਦਾ? ਕੀ ਸਰਕਾਰਾਂ ਨੂੰ ਕਰਨਾ ਚਾਹੀਦਾ? ਕੀ ਲੋਕਾਂ ਨੂੰ ਸੋਚਣਾ ਚਾਹੀਦਾ? ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਉਹਦੇ 'ਚ ਇਹ ਹੈ ਕਿ ਜਿਹੜੇ ਜਾ ਰਹੇ ਨੇ ਬੱਚੇ, ਔਰ ਬਹੁਤਿਆਂ ਦੀ ਤਾਂ ਮਜਬੂਰੀ ਵੀ ਹੈ, ਇੱਥੇ ਕੋਈ ਰੁਜ਼ਗਾਰ ਨਹੀਂ ਹੈ, ਰੋਜੀ ਰੋਟੀ ਦਾ ਸਾਧਨ ਨਹੀਂ ਹੈ, ਕਾਨੂੰਨ ਦਾ ਰਾਜ ਨਹੀਂ ਹੈ, ਜਿਹਦੇ ਮਰਜ਼ੀ ਕੋਈ ਸੁਰੱਖਿਆ ਹੁੰਦੀ ਹੈ ਨਾ ਜਿਹੜੀ ਇੱਕ ਆਪਦੇ ਆਪ ਦੇ ਵਿੱਚ, ਉਹ ਸੁਰੱਖਿਆ ਦੀ ਕੋਈ ਗਰੰਟੀ ਨਹੀਂ ਹੈ। ਔਰ ਇਸੇ ਕਰਕੇ ਉਹ ਬਹੁਤ ਬੜੇ ਪੱਧਰ ਤੇ ਖਾਸ ਤੌਰ ਤੇ ਖੜਕੂਬਾਦ ਦੇ ਵੇਲੇ ਤੋਂ ਬਾਅਦ ਬਹੁਤ ਵੱਡੀ ਤਾਦਾਦ ਬਾਹਰ ਜਾ ਕੇ ਕੋਈ ਸਿਆਸੀ ਸਰਨ ਵੀ ਲਈ ਬਹੁਤ ਲੋਕਾਂ ਨੇ, ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਾਕੀ ਲੋਕ ਵੀ ਆਈਲੈਟਸ ਖੋਲ੍ਹਣ ਤੋਂ ਬਾਅਦ ਤਾਂ ਫਿਰ ਬੜੇ ਪੈਮਾਨੇ ਤੇ ਜਾਣਾ ਸ਼ੁਰੂ ਹੋ ਗਏ। ਔਰ ਸਵਾਲ ਇਹ ਨਹੀਂ ਹੈ ਕਿ ਉੱਥੇ ਉਹ ਚੰਗਾ ਜ਼ਿੰਦਗੀ ਜਿਉ ਰਹੇ ਨੇ, ਉੱਥੇ ਉਹ ਦਿਹਾੜੀ ਕਰ ਰਹੇ ਨੇ। ਅਸੀਂ ਬੱਚਿਆਂ ਨੂੰ ਜਿਨ੍ਹਾਂ ਨੇ ਵੱਡੀ ਉੱਚੀ ਪੜ੍ਹਾਈ ਕਰਨੀ ਸੀ, ਸਾਇੰਟਿਸਟ ਬਣਨਾ ਸੀ, ਰਿਸਰਚਰ ਬਣਨਾ ਸੀ, ਬੜੇ ਬੰਦੇ ਬਣਨਾ ਸੀ, ਉਹਨਾਂ ਸਭ ਨੂੰ ਅਸੀਂ ਦਿਹਾੜੀਦਾਰ ਤੱਕ ਸੀਮਿਤ ਕਰਤਾ ਕਿ +2 ਤੋਂ ਬਾਅਦ ਜਾਓ, ਜਾ ਕੇ ਦਿਹਾੜੀਆਂ ਕਰੋ, ਵੱਡੇ ਤੋਂ ਵੱਡਾ ਡਰਾਈਵਰ ਬਣ ਜਾਓ। ਉਸ ਤੋਂ ਬਾਅਦ ਹਾਲਾਂਕਿ ਕਿੱਤਾ ਕੋਈ ਮਾੜਾ ਨਹੀਂ ਹੁੰਦਾ ਕਿੱਤੇ ਦੇ ਤੌਰ ਤੇ, ਪਰ ਅਸੀਂ
ਇੱਕ ਉਹਦੀ ਜਿਹੜੀ ਪ੍ਰਵਾਜ ਹੁੰਦੀ ਆ ਵੱਡੇ ਪੱਧਰ ਤੇ ਉਹ ਰੋਕ ਦਿੰਦੇ ਆ ਕਈ ਵਾਰ, ਜਿਹੜੀ ਉਹ ਹੋਣੀ ਹੁੰਦੀ ਹੈ। ਉੱਥੇ ਵੀ ਸਾਰੇ ਨਹੀਂ, ਹਰ ਵਾਰ ਜਿਹੜਾ ਉੱਥੇ ਗਏ ਬੱਚੇ ਨੇ ਜਾਂ ਉੱਥੇ ਰਹਿ ਰਹੇ ਬੰਦੇ ਨੇ ਉਹ ਇਹ ਲੋਚਦੇ ਨੇ ਕਿ ਪੰਜਾਬ ਦੇ ਵਿੱਚ ਕੁਝ ਚੰਗਾ ਹੋਵੇ। ਅੱਜ ਵੀ ਉੱਥੇ ਸਾਰੇ ਮੁਜ਼ਾਹਰੇ ਕਰ ਰਹੇ ਨੇ ਉਹ ਸਾਰੇ, ਔਰ ਜੇ ਥੋੜਾ ਜਿਹਾ ਮਾਹੌਲ ਬਦਲ ਜੇ ਅੱਧੇ ਮੁੜ ਕੇ ਇੱਥੇ ਆ ਕੇ ਰਹਿਣ ਨੂੰ ਫਿਰ ਤਿਆਰ ਹੋ ਜਾਣਗੇ। ਕੋਈ ਇਹ ਨਹੀਂ ਹੈ, ਕਿਉਂਕਿ ਮੋਹ ਦੀ ਤੰਦਾਂ ਜਿਹੜੀਆਂ ਹੁੰਦੀਆਂ ਨੇ ਉਸ ਲੈਵਲ ਤੇ ਅਜੇ ਤੱਕ ਮਜ਼ਬੂਤ ਹੈਗੀਆਂ ਨੇ। ਇਸੇ ਕਰਕੇ ਉਹ ਬਾਰ-ਬਾਰ ਉੱਠਦੇ ਨੇ, ਕਦੇ ਮਨਪ੍ਰੀਤ ਦੀ ਪਾਰਟੀ ਆਈ, ਕਦੇ ਆਮ ਆਦਮੀ ਪਾਰਟੀ ਆਈ, ਕਦੇ ਬਰਗਾੜੀ ਦਾ ਮੋਰਚਾ ਚੱਲਿਆ, ਬਾਰ-ਬਾਰ ਉਹਨਾਂ ਨੇ ਸਪੋਰਟ ਕੀਤੀ, ਪੈਸੇ ਦੇ ਪੱਖ ਤੋਂ ਵੀ, ਸਪੋਰਟ ਵੀ ਜਿੰਨੀਆਂ ਵੀ ਕਰ ਸਕਦੇ ਸੀ। ਪਰ ਪੰਜਾਬ ਨੂੰ ਉਹ ਪੰਚ ਪ੍ਰਧਾਨੀ ਵਾਲਾ, ਉਹ ਸੰਗਤ ਚੋਂ ਪੈਦਾ ਹੋਈ, ਉਹ ਅੰਦੋਲਨਾਂ ਚੋਂ ਪੈਦਾ ਹੋਈ ਲੀਡਰਸ਼ਿਪ ਨਦਾਰਦ ਹੈ, ਉਹ ਨਹੀਂ ਮਿਲ ਪਾਈ, ਜਿਹਦੇ ਕਰਕੇ ਪੰਜਾਬ ਅਜੇ ਉਸ ਪਾਸੇ ਜਾ ਰਿਹਾ। ਸਭ ਤੋਂ ਪਹਿਲੀ ਗੱਲ ਇਹਦੇ ਭਵਿੱਖ ਦੇ ਲਈ ਜਿਵੇਂ ਮੈਨੂੰ ਇਹ ਲੱਗਦਾ ਕਿ ਨੰਬਰ 1 ਤਾਂ ਇੱਕ ਸੁਪਨਾ ਦੇਖਣਾ ਕਿ ਅਸੀਂ ਇਸ ਪੰਜਾਬ ਨੂੰ ਖੂਬਸੂਰਤ ਬਣਾਉਣਾ, ਉਹਦੇ ਤੇ ਦਾਅਵਾ ਜਤਾਉਣਾ ਕਿ ਮੇਰਾ ਤੇ ਮੈਂ ਇਹਦੇ ਲਈ ਕੰਮ ਕਰਨਾ। ਫਿਰ ਪੂਰੇ ਦੇਸ਼ ਦੇ ਵਿੱਚ ਜਿਹੜਾ ਇੱਕ ਲੜਾਈ ਚੱਲ ਰਹੀ ਹੈ ਕਿਸਾਨਾਂ ਦਾ, ਇਸ ਦੇਸ਼ ਨੂੰ ਜੇ 1947 ਚ ਫੈਡਰਲ ਬਣਾ ਦਿੰਦੇ ਸਹੀ ਰੂਪ ਦੇ ਵਿੱਚ ਤਾਂ ਪਾਕਿਸਤਾਨ ਨਹੀਂ ਸੀ ਬਣਦਾ, ਤਾਂ ਅੱਜ ਵਾਲਾ ਮਾਹੌਲ ਨਹੀਂ ਸੀ ਰਹਿਣਾ। ਔਰ ਹੁਣ ਤੋਂ ਬਾਅਦ ਵੀ ਜੇਕਰ ਲਗਾਤਾਰ ਫੈਡਰਲਿਜ਼ਮ ਲਿਆਓਗੇ, ਰਾਜਾਂ ਨੂੰ ਤਾਕਤਾਂ ਦਿਓਗੇ, ਤਾਂ ਇਹ ਦੇਸ਼ ਨੇ ਵੀ ਲੜਾਈ ਝਗੜੇ ਤਾਂ ਖਤਮ ਹੋਣੇ ਨੇ। ਜੇ ਗੁਆਂਢੀਆਂ ਨਾਲ ਸੰਬੰਧ ਚੰਗੇ ਬਣਾਉਣਗੇ, ਅਪਰੋਚ ਲਊਗੀ ਤਾਂ ਠੀਕ ਹੋਣਾ। ਜੇ ਲੋਕਾਂ ਨੂੰ ਇੰਪਾਵਰ ਕਰੋਗੇ ਗ੍ਰਾਮ ਸਭਾਵਾਂ, ਵਾਰਡ ਸਭਾਵਾਂ ਦੇ ਵਿੱਚ, ਤਾਂ ਜਾ ਕੇ ਲੋਕ ਬਣਨਾ। ਔਰ ਇਹ ਜਿਹੜੀ ਉਮੀਦ ਹੋਏਗੀ, ਇਹ ਉਮੀਦ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਕਿਸਮ ਦਾ ਇੱਕ ਅਲਟਰਨੇਟਿਵ ਮਾਡਲ ਦਾ ਵੀ ਬੰਦੋਬਸਤ ਕਰ ਸਕਦੀ ਹੈ। ਔਰ ਇਹ ਉਮੀਦ ਲੋਕਾਂ ਨੂੰ ਸੋਚਣ ਲਾਏਗੀ, ਉਮੀਦ ਲੋਕਾਂ 'ਚ ਪਿਆਰ ਮੁਹੱਬਤ ਭਰੇਗੀ। ਪਿਆਰ ਮੁਹੱਬਤ ਜਦੋਂ ਇਕੱਠਾ ਹੋ ਕੇ ਲੋਕ ਚੱਲਦੇ ਨੇ ਤਾਂ ਵੱਡੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਸਕਦੇ ਨੇ। ਔਰ ਇਸੇ ਕਰਕੇ ਇਹ ਹੈ ਕਿ ਪੰਜਾਬ ਬਾਹਰ ਤਾਂ ਇੰਨਾ, ਜਿਹੜੇ ਬੱਚੇ ਜਾ ਰਹੇ ਨੇ ਉਹ ਹੁਣ ਵੀ ਇਹ ਬਾਰ-ਬਾਰ ਲੋਕਾਂ ਤੋਂ ਪੁੱਛਦੇ ਨੇ ਕਿ ਇਸ ਅੰਦੋਲਨ 'ਚ ਅਸੀਂ ਕੀ ਸਪੋਰਟ ਕਰ ਸਕਦੇ ਹਾਂ, ਪੰਜਾਬ ਕਿਵੇਂ ਬਚ ਸਕਦਾ। ਜੇ ਇੱਥੇ ਬਚੂਗਾ ਤਾਂ ਬਾਹਰਲਾ ਜਿਹੜਾ ਸੈਟਅਪ ਹੋਏਗਾ। ਇਸ ਲਈ ਬੱਚਿਆਂ ਦਾ ਕਸੂਰ ਨਹੀਂ ਇਸ ਪੀੜ੍ਹੀ ਦਾ, ਉਹ ਉਦੋਂ ਪਹਿਲਾਂ ਵਾਲੀ ਪੀੜ੍ਹੀ ਦਾ ਕਸੂਰ ਹੈ ਜਿਹਨੇ ਉਹ ਪੰਜਾਬ ਨਹੀਂ ਦਿੱਤਾ ਜਿਹੜਾ ਉਹ ਡਿਜ਼ਰਵ ਕਰਦੇ ਸੀ ਉਸ ਰੂਪ ਦੇ ਵਿੱਚ। ਹੁਣ ਸਭ ਤੋਂ ਬੜਾ ਸਵਾਲ ਇਹੀ ਹੈ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਵੀ ਹੋਣਾ ਪਏਗਾ, ਨਹੀਂ ਤਾਂ ਸ਼ਬਦ ਗੁਰੂ ਦੀ ਧਰਤੀ ਹੈ ਇਹ। ਸ਼ਬਦ ਦਾ ਮਤਲਬ ਹੈ ਗਿਆਨ, ਤੇ ਗਿਆਨ ਵਿਹੂਣੇ ਜੇਕਰ ਲੋਕ ਪੈਦਾ ਹੋ ਜਾਣ ਜਿੱਥੇ ਬੁੱਧ ਕੰਗਾਲੀ ਝਲਕਦੀ ਹੋਵੇ, ਇਹ ਸਭ ਤੋਂ ਨਮੋਸ਼ੀ ਵਾਲੀ ਗੱਲ ਹੈ। ਤੇ ਗਿਆਨਵਾਨ ਮਨੁੱਖ ਇਸ ਧਰਤੀ ਤੇ ਪੈਦਾ ਕਿਵੇਂ ਕਰਨਾ? ਉਹ ਸੰਵਾਦ ਦਾ ਰਸਤਾ ਹੈ। ਸੰਵਾਦ ਹਮੇਸ਼ਾ ਆਦਾਨ ਪ੍ਰਦਾਨ ਨਾਲ ਹੁੰਦਾ। ਸੱਥਾਂ 'ਚ ਬੈਠੋ, ਉਹਨਾਂ ਦੀ ਵੀ ਸੁਣੋ ਤੇ ਆਪਣੀ ਵੀ ਕਹੋ। ਔਰ ਇਸੇ ਕਰਕੇ ਉਹ ਸੁਣਨ ਤੇ ਜਿਹੜਾ ਕਹਿਣ ਦਾ ਜਿਹੜਾ ਸਵਾਲ ਹੈ, ਉਹ ਜਦੋਂ ਪੈਦਾ ਹੋ ਗਿਆ ਤਾਂ ਇੱਕ ਕਾਮਨ ਵਿਜ਼ਡਮ ਪੈਦਾ ਹੁੰਦੀ ਹੈ, ਇੱਕ ਸਿਆਣਪ ਪੈਦਾ ਹੁੰਦੀ ਹੈ। ਉਹ ਸਿਆਣਪ ਦੇ ਨਾਲ ਹੀ ਪੰਜਾਬ ਦਾ ਫਿਊਚਰ, ਦੇਸ਼ ਦਾ, ਦੁਨੀਆ ਦਾ, ਪੂਰੇ ਸਰਬੱਤ ਦੇ ਭਲੇ ਦਾ, ਇੱਕ ਕਾਇਨਾਤ ਦਾ ਉਧਰ ਜੁੜਿਆ ਹੋਇਆ ਚੀਜ਼ ਹੈ। ਤੇ ਉਸ ਪਾਸੇ ਵੱਲ ਜੇਕਰ ਵੱਡਾ ਦਾਇਰਾ ਬਣਾ ਕੇ ਜੇਕਰ ਚੱਲੇਗਾ, ਇਸ ਧਰਤੀ ਤੋਂ ਜਿੱਥੋਂ ਸਰਬੱਤ ਦੇ ਭਲੇ ਦੀ ਇੱਕ ਗੱਲ ਹੁੰਦੀ ਹੈ, ਜਿੱਥੋਂ ਇਨਸਾਨੀਅਤ ਦੀ ਇੱਕ ਗੱਲ ਹੁੰਦੀ ਹੈ, ਉਸ ਇਨਸਾਨੀਅਤ ਦੇ ਦਾਇਰੇ ਦੇ ਡਾਇਰੈਕਸ਼ਨ ਦੇ ਵਿੱਚ ਪੰਜਾਬ ਦੀ ਗੱਲ ਜਿਹੜੀ ਹੈ ਤਾਂ ਹੋਣੀ ਚਾਹੀਦੀ ਹੈ। ਔਰ ਉਹ ਹੋਏਗੀ ਤਾਂ ਲਾਜ਼ਮੀ ਹੈ ਕਿ ਪੰਜਾਬ ਦੁਆਰਾ ਕਰਵਟ ਲੈ ਰਿਹਾ ਹੌਲੀ ਹੌਲੀ। ਹੁਣ ਇਹਦੇ 'ਚ ਰੰਗ ਭਰਨ ਦੀ ਲੋੜ ਹੈ। ਜਦੋਂ ਗਿਆਨ ਦਾ ਰੰਗ ਇਹਦੇ 'ਚ ਜਿਵੇਂ ਜਿਵੇਂ ਭਰਿਆ ਜਾਏਗਾ ਤਾਂ ਆਟੋਮੈਟਿਕਲੀ ਮਾਮਲਾ ਕਾਫੀ ਜ਼ਿਆਦਾ ਆਸ਼ਵੰਦ ਹੋਣਾ ਚਾਹੀਦਾ ਸਾਨੂੰ ਇਸ ਮਾਮਲੇ 'ਚ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।